Viewers, welcome to the next video. ਅੱਜ ਦੀ ਵੀਡੀਓ BA ਫਾਈਨਲ ਸਮੈਸਟਰ 5 ਇੰਗਲਿਸ਼ ਲਿਟਰੇਚਰ ਸਟੂਡੈਂਟਸ ਦੇ ਲਈ ਚਾਹੇ ਰੈਗੂਲਰ ਹੈ, ਪ੍ਰਾਈਵੇਟ ਹੈ ਔਰ ਡਿਸਟੈਂਸ ਐਜੂਕੇਸ਼ਨ ਦੇ ਥਰੂ ਕਰ ਰਹੇ ਹਾਂ। ਤਾਂ ਇਸ ਤੋਂ ਪਹਿਲਾਂ ਅਸੀਂ ਰੋਮਾਂਟਿਕ ਪੀਰੀਅਡ, ਵਿਕਟੋਰੀਅਨ ਪੀਰੀਅਡ, ਉਹਨਾਂ ਦੇ ਚੀਫ ਕਰੈਕਟਰਿਸਟਿਕਸ, ਮੇਨ ਫੀਚਰਸ ਅਸੀਂ ਕਰ ਚੁੱਕੇ ਹਾਂ। ਅੱਜ ਦੀ ਵੀਡੀਓ ਵਿੱਚ ਅਸੀਂ ਕਰਾਂਗੇ ਮਾਡਰਨ ਪੀਰੀਅਡ ਦੇ ਜੋ ਫੀਚਰਸ ਹਨ। ਵਿਕਟੋਰੀਅਨ ਪੀਰੀਅਡ ਟੈਂਟੇਟਿਵਲੀ ਮੰਨਿਆ ਜਾਂਦਾ ਹੈ 1901 ਤੱਕ। ਉਸ ਤੋਂ ਬਾਅਦ ਦੇ ਸਮੇਂ ਨੂੰ ਮਾਡਰਨ ਪੀਰੀਅਡ ਕਿਹਾ ਜਾਂਦਾ ਹੈ। ਤਾਂ ਕੁਈਨ ਵਿਕਟੋਰੀਆ ਦੀ ਡੈਥ ਤੋਂ ਬਾਅਦ ਜੋ ਸਮਾਂ ਰਿਹਾ ਉਹਨੂੰ ਮਾਡਰਨ ਪੀਰੀਅਡ ਮੰਨਿਆ ਜਾਂਦਾ ਹੈ। ਤਾਂ ਹਰ ਪੀਰੀਅਡ ਆਪਣੇ ਆਪ ਦੇ ਵਿੱਚ ਕੁਝ ਖਾਸ ਕਰੈਕਟਰਿਸਟਿਕਸ, ਕੁਝ ਖਾਸ ਫੀਚਰਸ ਲੈ ਕੇ ਆਇਆ ਹੈ ਅਤੇ ਇਸੇ ਤਰੀਕੇ ਮਾਡਰਨ ਪੀਰੀਅਡ ਦੇ ਵੀ ਕੁਝ ਖਾਸ ਫੀਚਰਸ ਹੈ, ਉਹ ਅਸੀਂ ਪੜ੍ਹਾਂਗੇ। ਡੈਫੀਨੇਟਲੀ ਮਾਡਰਨ ਵਰਡ ਹੈ ਤਾਂ ਫੁੱਲ ਆਫ ਟੈਕਨੋਲੋਜੀ ਹੋਏਗਾ, ਡਿਫਰੈਂਟ ਟੈਕਨੀਕਸ ਹੋਣਗੀਆਂ, ਨਵੀਆਂ ਟੈਕਨੀਕਸ ਹੋਣਗੀਆਂ, ਕਿਉਂਕਿ ਇਸ ਟਾਈਮ ਤੱਕ ਜਿਹੜੀ ਸਾਇੰਸ ਹੈ ਬਹੁਤ ਜ਼ਿਆਦਾ ਡਿਵੈਲਪ ਹੋ ਚੁੱਕੀ ਸੀ। ਦ ਮਾਡਰਨ ਪੀਰੀਅਡ ਇਨ ਇੰਗਲਿਸ਼ ਲਿਟਰੇਚਰ ਵਾਜ਼ ਕੰਪਲੀਟਲੀ ਡਿਫਰੈਂਟ ਫਰੋਮ ਦ ਵਿਕਟੋਰੀਅਨ ਏਜ। ਮਾਡਰਨ ਪੀਰੀਅਡ ਵਿਕਟੋਰੀਅਨ ਪੀਰੀਅਡ ਤੋਂ ਬਿਲਕੁਲ ਹੀ ਵੱਖਰਾ ਸੀ। ਇਟ ਬਿਗੇਨ ਇਨ 20th ਸੈਂਚੁਰੀ ਐਂਡ ਲਾਸਟਡ ਅੰਟਿਲ ਅਰਾਊਂਡ 1950, ਮਤਲਬ 1901 ਤੋਂ ਲੈ ਕੇ 1950 ਦੇ ਕਰੀਬ ਇਹ ਚੱਲਿਆ। It was a time of major change in the world, including the invention of automobile, World War I and a Great Depression। ਹਾਂਜੀ, ਇਸ ਪੀਰੀਅਡ ਦੇ ਦੌਰਾਨ ਕੀ ਮੇਨ ਗੱਲਾਂ ਹੋਈਆਂ? ਇਨਵੈਂਸ਼ਨ, ਨਵੀਆਂ ਜੋ ਖੋਜਾਂ ਕੀਤੀਆਂ ਗਈਆਂ, ਆਟੋਮੋਬਾਈਲ ਦੀ ਖੋਜ ਹੋਈ, ਵਰਲਡ ਵਾਰ 1 ਜਿਹਨੇ ਕਿ ਪੂਰੇ ਹੀ ਸੰਸਾਰ ਨੂੰ ਜੋ ਪਹਿਲਾ ਵਿਸ਼ਵ ਯੁੱਧ ਸੀ ਉਹਨੇ ਪੂਰੇ ਹੀ ਸੰਸਾਰ ਨੂੰ ਹਿਲਾ ਕੇ ਰੱਖ ਦਿੱਤਾ, ਜਿਹਦੇ ਕਰਕੇ ਪੂਰੇ ਹੀ ਸੰਸਾਰ ਦੇ ਵਿੱਚ ਇਕੋਨਮੀ ਪੂਰੀ ਤਰ੍ਹਾਂ 'ਤੇ ਹਿਲ ਗਈ ਅਤੇ ਉਸ ਤੋਂ ਬਾਅਦ ਜੋ ਫੇਸ ਕਰਨਾ ਪਿਆ ਦ ਗ੍ਰੇਟ ਡਿਪਰੈਸ਼ਨ ਉਹ ਸਾਹਮਣੇ ਆਇਆ। ਤਾਂ ਜਿਸ ਤਰ੍ਹਾਂ ਦੇ ਹਾਲਾਤ ਉਸ ਪਰਟੀਕੂਲਰ ਪੀਰੀਅਡ ਦੇ ਵਿੱਚ ਰਹਿੰਦੇ ਆ, ਉਸ ਤਰ੍ਹਾਂ ਦੀਆਂ ਰਾਈਟਿੰਗਸ ਉਸ ਪੀਰੀਅਡ ਦੇ ਵਿੱਚ ਲਿਖੀਆਂ ਜਾਂਦੀਆਂ। ਦੀਜ਼ ਇਵੈਂਟਸ ਹੈਡ ਐਨ ਇੰਪੋਰਟੈਂਟ ਇੰਪੈਕਟ ਔਨ ਇੰਗਲਿਸ਼ ਲਿਟਰੇਚਰ। ਇਸ ਕਰਕੇ ਇਹਨਾਂ ਸਾਰੀਆਂ ਹੀ ਚੀਜ਼ਾਂ ਦਾ ਇੰਪੈਕਟ ਪਿਆ ਮਾਡਰਨ ਲਿਟਰੇਚਰ 'ਤੇ। ਦੇਅਰ ਵਾਜ਼ ਅ ਬੇਸਿਕ ਚੇਂਜ ਇਨ ਦ ਵਿਜ਼ਨ ਆਫ ਮੈਨ। ਦੇਖਣ ਦੇ ਵਿੱਚ, ਸੋਚਣ ਦੇ ਵਿੱਚ ਬਹੁਤ ਬਦਲਾਵ ਆਇਆ। ਦ ਮਾਡਰਨ ਰਾਈਟਰਸ ਹੈਵ ਐਕਸਪ੍ਰੈਸਡ ਟੋਟਲੀ ਨਿਊ ਐਕਸਪੀਰੀਅੰਸਿਸ। ਜਿਹੜੇ ਨਵੇਂ ਰਾਈਟਰ ਸੀ ਉਹਨਾਂ ਨੇ ਨਵੀਆਂ ਸੋਚਾਂ ਨੂੰ ਪ੍ਰੈਜ਼ੈਂਟ ਕੀਤਾ। ਓਲਡ ਟੈਕਨੀਕਸ ਡੂ ਨਾਟ ਸੂਟ ਦਿਸ ਏਜ। ਜਿਹੜੀ ਰੋਮੈਂਟਿਕ ਟੈਕਨੀਕ ਸੀ, ਰੋਮੈਂਟਿਸਿਜ਼ਮ ਦੀ, ਵਿਕਟੋਰੀਅਨ ਏਜ, ਉਹ ਇਸ ਏਜ ਨੂੰ ਬਿਲਕੁਲ ਵੀ ਸੂਟ ਨਹੀਂ ਕਰਦੇ ਸੀ। ਮਤਲਬ ਇਹਦੇ 'ਚ ਇਮੋਸ਼ਨਸ ਦਾ ਕੋਈ ਖਾਸ ਰੋਲ ਨਹੀਂ ਸੀ, ਨੇਚਰ ਦਾ ਕੋਈ ਰੋਲ ਨਹੀਂ ਸੀ। ਵਿਕਟੋਰੀਅਨ ਪੀਰੀਅਡ ਦੇ ਜਿਹੜੇ ਥੋਟ ਸੀ ਉਹ ਇਹਦੇ ਵਿੱਚ ਨਹੀਂ ਵਰਤੇ ਗਏ। All modern writers were forced to introduce innovation। Innovation ਹੁੰਦਾ ਹੈ new ideas, ਨਵੀਂ ਟੈਕਨੀਕ, ਨਵੇਂ ideas। James Joyce used a different technique in the fiction। ਫਿਕਸ਼ਨ ਦੇ ਵਿੱਚ, ਫਿਕਸ਼ਨ ਮੀਨਸ ਜਿੱਥੇ ਅਸੀਂ ਕਾਲਪਨਿਕ ਕੁਛ ਲਿਖਦੇ ਹਾਂ, ਰੀਅਲ ਨਹੀਂ ਲਿਖਦੇ, ਉਹਨੇ ਇੱਕ ਨਵੀਂ ਟੈਕਨੀਕ ਵਰਤੀ। T.S. Eliot's poetry is new that it shocked many people। Harold Bloom's story is modern and unique। ਮਤਲਬ ਪੋਇਟਰੀ ਦੇ ਵਿੱਚ ਵੱਖਰਾ ਕੰਮ ਕੀਤਾ ਗਿਆ। ਹੈਰੋਲਡ ਬਲੂਮ ਦੀ ਜਿਹੜੀ ਸਟੋਰੀ ਰਾਈਟਿੰਗ ਦੇ ਵਿੱਚ ਉਹਦੇ ਵਿੱਚ ਨਵੀਆਂ ਟੈਕਨੀਕਸ ਯੂਜ਼ ਕੀਤੀਆਂ ਗਈਆਂ। ਨੈਕਸਟ, ਇਨ ਪੋਇਟਰੀ ਨਿਊ ਟੈਕਨੀਕਸ ਵਰ ਯੂਜ਼। ਦੇਅਰ ਵਾਜ਼ growing dissatisfaction with the traditional forms of expression in the modern age। ਜੋ ਪਹਿਲਾਂ ਵਾਲੇ ਟ੍ਰੈਡੀਸ਼ਨਲ ਮਤਲਬ ਪੁਰਾਣੇ ਜੋ ਐਕਸਪ੍ਰੈਸ਼ਨ ਦੀਆਂ ਫਾਰਮਸ ਸੀਗੀਆਂ ਉਹ ਬਿਲਕੁਲ ਤਬਦੀਲ ਹੋ ਗਈਆਂ, ਨਵੀਂ ਟੈਕਨੋਲੋਜੀ ਵਰਤੀ ਗਈ। This became manifesto in the experimental words of G.M. Hopkins। He introduced a new form of fairy rhythm। Here, the number of syllables is not constant importance in attached to the number of accented syllables। ਪਹਿਲਾਂ ਕਿਸੇ ਜਿਹੜੀ ਪੋਇਟਰੀ ਲਿਖੀ ਜਾਂਦੀ ਸੀ ਉਹਦੀ ਪ੍ਰੋਪਰ ਰਿਦਮ ਹੁੰਦੀ ਸੀ, ਉਹ ਜੋ ਸਟਾਰਟ ਹੁੰਦੀ ਸੀ ਇੱਕ ਰਿਦਮ ਨਾਲ ਸਟਾਰਟ ਹੁੰਦੀ ਸੀ। ਪਰ ਜਿਹੜੀ ਨਵੀਂ ਪੋਇਟਰੀ ਲਿਖੀ ਗਈ ਇਸ ਮਾਡਰਨ ਟਾਈਮ 'ਤੇ ਉਹ ਬਿਲਕੁਲ ਐਬਜ਼ਰਡ ਪੋਇਟਰੀ ਸੀ। ਠੀਕ ਹੈ ਜੀ, ਬਿਲਕੁਲ ਰਿਦਮ ਨਹੀਂ ਸੀ, ਬਲੈਂਕ ਵਰਸ ਸੀ, ਫ੍ਰੀ ਵਰਸ ਸੀ। ਠੀਕ ਹੈ, ਤਾਂ ਇਹ ਚੀਜ਼ਾਂ ਜੋ ਹੈ ਨਵੀਂ ਟੈਕਨੀਕ ਜਿਹੜੀ ਯੂਜ਼ ਕੀਤੀ ਗਈ ਪੋਇਟਰੀ ਦੇ ਵਿੱਚ। ਤਾਂ ਨੰਬਰ ਆਫ ਸਿਲੇਬਲਸ ਇੱਕ ਲਾਈਨ ਦੇ ਵਿੱਚ ਕਿੰਨੇ ਹੋਣੇ ਚਾਹੀਦੇ ਹੈ, ਉਹਨਾਂ ਦੀ ਜਿਹੜੀ ਟੈਕਨੀਕ ਹੈ ਉਹ ਬਿਲਕੁਲ ਚੇਂਜ ਕੀਤੀ ਗਈ। ਐਕਸੈਂਟਡ ਸਿਲੇਬਲਸ ਜੋ ਯੂਜ਼ ਕਰਨੇ ਉਹ ਚੇਂਜ ਕੀਤੇ ਗਏ। ਤਾਂ ਜੋ ਮਤਲਬ ਪਹਿਲਾਂ ਸੈੱਟ ਸਟੈਂਡਰਡ ਨਾਲ ਜਿਹੜੀ ਪੋਇਟਰੀ ਲਿਖੀ ਜਾਂਦੀ ਸੀ ਉਹ ਹੁਣ ਇਹੋ ਜਿਹਾ ਕੁਛ ਨਹੀਂ ਰਿਹਾ, ਜਿਹਦੇ ਵਿੱਚ
ਰਿਦਮ ਦਾ ਹੋਣਾ ਮਤਲਬ ਫ੍ਰੀ ਵਰਸ, ਬਲੈਂਕ ਵਰਸ, ਦੈਨ ਉਸ ਤੋਂ ਇਲਾਵਾ ਐਬਜ਼ਰਡ ਪੋਇਟਰੀ, ਇਸ ਤਰ੍ਹਾਂ ਦੀਆਂ ਪੋਇਟਰੀ ਲਿਖੀ ਗਈ। ਈਚ ਲਾਈਨ ਹੈਡ ਯੂਜ਼ਲੀ 4 ਐਕਸਟੈਂਡਡ ਸਿਲੇਬਲਸ। ਦਿਸ ਐਕਸਪੈਰੀਮੈਂਟ ਰਿਦਮ ਇਜ਼ ਨੋਨ ਐਜ਼ ਸਪਰਿੰਗ ਰਿਦਮ, ਮਤਲਬ ਜਿਹਦੇ ਵਿੱਚ ਬਦਲਾਅ ਸੀ ਬਹੁਤ ਜ਼ਿਆਦਾ। ਟੀ.ਐਸ. ਇਲੀਅਟ ਡਿਵੈਲਪ ਦਿਸ ਰਿਦਮ ਵਿਦ ਦ ਗ੍ਰੇਟ ਸਕਿੱਲ। ਹੌਪਿੰਸ ਆਲਸੋ ਯੂਜ਼ਡ ਮੇਡ ਗ੍ਰੇਟਰ ਯੂਜ਼ ਆਫ ਇਮੇਜਰੀ। ਇਮੇਜਰੀ ਮਤਲਬ ਜਿਹਦੇ ਵਿੱਚ ਇਮੇਜਿਸ ਦੀ ਵਰਤੋਂ ਕਰਦੀ ਹੋਈ ਜਿਹੜੀ ਹੈਗੀ ਹੈ ਪੋਇਟਰੀ ਲਿਖੀ ਗਈ। ਤਾਂ ਇਹ ਸਾਰੇ ਸਟੋਰੀ ਰਾਈਟਰ ਤੇ ਪੋਇਟਸ ਦੇ ਡਿਫਰੈਂਟ ਨੇਮ ਹੈ, ਤੁਸੀਂ ਯਾਦ ਕਰਨੇ ਹੈ। ਦਸ ਦੇयर ਵਾਜ਼ ਇਨੋਵੇਸ਼ਨ ਇਨ ਦ ਟੈਕਨੀਕਸ ਆਫ ਪੋਇਟਰੀ। ਜੌਨ ਮਿਲਟਨ हैज़ ਕੰਪਲੇਨਡ ਅਗੇਂਸਟ ਦ ਬੌਂਡੇਜ ਆਫ ਰਾਈਮਿੰਗ। ਤਾਂ ਜੌਨ ਮਿਲਟਨ ਨੇ ਕਿਹਾ ਕਿ ਜੋ ਰਾਈਮਿੰਗ ਸਕੀਮ ਦੀ ਬੌਂਡੇਜ ਹੈ ਉਹਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਠੀਕ ਹੈ, ਜਿਸ ਤਰ੍ਹਾਂ ਅਸੀਂ ਰਾਈਮਿੰਗ ਸਕੀਮ ਲੈ ਕੇ ਚੱਲਦੇ ਸੀ ਏ ਬੀ ਬੀ ਸੀ ਸੀ ਹੈ ਨਾ, ਜਾਂ ABC ਉੱਦਾਂ ਦਾ ਸਾਰਾ ਕੁਛ ਖਤਮ ਕੀਤਾ ਗਿਆ। ਦ ਮਾਡਰਨ ਪੋਇਟਸ ਆਲਸੋ ਡਿਸਕਾਰਡਿਡ ਰਾਈਮ। ਉਹਨਾਂ ਨੇ ਇਹ ਚੀਜ਼ ਨੂੰ ਵੀ ਖਤਮ ਕੀਤਾ। ਦੇ ਹੈਵ ਡਨ ਸੋ ਟੂ ਕਨਵੇ ਦੇਅਰ ਵਿਜ਼ਨ ਔਰ ਐਕਸਪੀਰੀਅੰਸ। ਉਹ ਸਿਰਫ ਆਪਣੀ ਸੋਚ ਨੂੰ ਕਨਵੇ ਕਰਨਾ ਚਾਹੁੰਦੇ ਸੀ, ਆਪਣੀ ਐਕਸਪੀਰੀਅੰਸ ਨੂੰ ਕਨਵੇ ਕਰਨਾ ਚਾਹੁੰਦੇ ਸੀ, ਰਾਦਰ ਰਾਈਮਿੰਗ ਦੱਸਣ ਦੀ ਬਜਾਏ। ਮਾਡਰਨ ਲਾਈਫ ਇਜ਼ ਮੋਰ ਸੈਲਫ ਕੌਨਸ਼ੀਅਸ, ਮੋਰ ਕਨਫਿਊਜ਼ਡ ਐਂਡ ਮੋਰ ਕੰਪਲੈਕਸ। ਜਿਹੜੀ ਨਵੀਂ ਲਾਈਫ ਸੀ ਉਹ ਆਪਣੇ ਆਪ ਬਾਰੇ ਜ਼ਿਆਦਾ ਚੇਤਨ ਸੀ, ਬਹੁਤ ਜ਼ਿਆਦਾ ਕਨਫਿਊਜ਼ ਸੀ ਅਤੇ ਬਹੁਤ ਜ਼ਿਆਦਾ ਉਲਝੀ ਹੋਈ ਸੀ। ਇਸੇ ਤਰੀਕੇ ਉਹਨਾਂ ਦੀਆਂ ਰਾਈਟਿੰਗਸ ਸੀਗੀਆਂ, ਚਾਹੇ ਉਹਨਾਂ ਦੇ ਨੋਵਲਸ ਲੈ ਲਈਏ, ਚਾਹੇ ਉਹਨਾਂ ਦੀ ਸਟੋਰੀਜ਼ ਲੈ ਲਈਏ, ਚਾਹੇ ਪੋਇਟਰੀ ਲੈ ਲਈਏ, ਐਬਜ਼ਰਡ ਡਰਾਮਾ, ਐਬਜ਼ਰਡ ਪੋਇਟਰੀ ਲਿਖੀ ਗਈ। ਦਸ ਦਿਸ ਪੋਜ਼ੈਸ ਗ੍ਰੇਟ ਡਿਫੀਕਲਟੀ ਫॉर ਦ ਰੀਡਰ। ਅਤੇ ਇਸ ਕਰਕੇ ਰੀਡਰ ਨੂੰ ਪੜ੍ਹਨ ਦੇ ਵਿੱਚ, ਸਮਝਣ ਦੇ ਵਿੱਚ ਬਹੁਤ ਟਾਈਮ ਲੱਗਦਾ ਸੀ। ਹੀ ਫੀਲਸ ਦ ਇਮੇਜਸ ਆਫ ਸਾਈਟ, ਸਾਊਂਡ ਐਂਡ ਟੱਚ। ਹੀ ਮੇਕਸ ਮੈਟਾਫੋਰ ਆ means of thought. This results obscurity of the modern poetry। ਜਿਹੜੀ ਮਤਲਬ ਕੰਪੈਰੀਜ਼ਨ ਯੂਜ਼ ਕੀਤੇ ਗਏ, ਮੈਟਾਫਰ ਯੂਜ਼ ਕੀਤਾ ਗਿਆ, ਕੰਪੈਰੀਜ਼ਨ ਯੂਜ਼ ਕੀਤੇ ਗਏ, ਜਿਹਦੇ ਕਰਕੇ ਰੀਡਰਸ ਨੂੰ ਥੋੜ੍ਹਾ ਸਮਝਣ ਦੇ ਵਿੱਚ ਪ੍ਰੋਬਲਮ ਆਉਂਦੀ ਸੀ। ਦ ਡਿਵੈਲਪਮੈਂਟ ਆਫ ਫਿਕਸ਼ਨ ਇਜ਼ ਆਲਸੋ ਸਿਮਿਲਰ। ਇਹ ਸੀ ਪੋਇਟਰੀ ਬਾਰੇ। ਫਿਕਸ਼ਨ ਦੇ ਵਿੱਚ ਵੀ ਇਸੇ ਤਰੀਕੇ ਹੀ ਡਿਵੈਲਪਮੈਂਟ ਹੋਈ। ਦ ਨੋਵਲਸ ਹੈਵ ਬਿਕਮ ਹਾਈਲੀ ਐਕਸਪੈਰੀਮੈਂਟ ਇਨ ਟੈਕਨੀਕ ਇਨ ਦ ਹੈਂਡਸ ਆਫ ਜੇਮਸ ਜੋਇਸ। ਜੇਮਸ ਜੋਇਸ ਨੇ ਜੋ ਨੋਵਲ ਲਿਖੇ ਉਹ ਬਹੁਤ ਜ਼ਿਆਦਾ ਟੈਕਨੀਕਲ ਸੀਗੇ। ਐਂਡ ਵਰਜੀਨੀਆ ਵੁਲਫ। ਸਟਰੀਮ ਆਫ ਕੌਨਸ਼ੀਅਸਨੈਸ ਟੈਕਨੀਕ ਹੈਜ਼ ਬੀਨ ਇਵੋਲਵਡ ਬਾਈ ਦੈਮ। ਵੈਰੀ ਇੰਪੋਰਟੈਂਟ ਸ਼ੋਰਟ ਨੋਟ ਆ ਸਕਦਾ ਇਹਦੇ ਵਿੱਚ, ਬਹੁਤ ਧਿਆਨ ਨਾਲ ਯਾਦ ਕਰਨਾ। ਸਟਰੀਮ ਆਫ ਕੌਨਸ਼ੀਅਸਨੈਸ, ਜਿਹਦੇ ਵਿੱਚ ਕਿ ਕਿਸੇ ਦੇ ਮਾਈਂਡ ਦੇ ਵਿੱਚ ਕੀ ਚੱਲ ਰਿਹਾ ਉਹਦੇ ਥਰੂ ਕੋਈ ਸਟੋਰੀ ਡਿਵੈਲਪ ਕਰਨੀ। ਠੀਕ ਹੈ ਜੀ। ਮਿਸਿਸ ਡੈਲੋਵੇ ਦੇ ਵਿੱਚ ਜਿਵੇਂ ਅਸੀਂ ਐਗਜ਼ਾਮਪਲ ਲੈ ਸਕਦੇ ਹਾਂ। ਦੇ ਕ੍ਰੀਏਟ ਅ ਟਰੂ ਇਮੇਜ ਆਫ ਹਿਊਮਨ ਨੇਚਰ। The earlier novelists built up the physical image of the world. This view about the nature of man has been changed. The meaning of time has been made up to date. Nature ਦਾ ਮਤਲਬ ਬਦਲ ਗਿਆ ਸੀ। ਪਹਿਲਾ ਨੇਚਰ ਕੀ ਸੀ? ਕੁਦਰਤ। ਹੁਣ ਨੇਚਰ ਬਿਲਕੁਲ ਬਦਲ ਚੁੱਕਿਆ ਸੀ। ਟਾਈਮ ਦਾ ਮਤਲਬ ਬਦਲ ਚੁੱਕਿਆ ਸੀ। ਹਰ ਚੀਜ਼ ਮਾਡਰਨ ਟੈਕਨੀਕ ਦੇ ਨਾਲ ਹੀ ਲਿੱਤੀ ਜਾ ਰਹੀ ਸੀ। ਮਾਡਰਨ ਡਰਾਮਾ ਸ਼ੋਡ ਆ ਡਰਾਸਟਿਕ ਚੇਂਜ। ਹੁਣ ਡਰਾਮਾ ਦੇ ਵਿੱਚ ਵੀ ਜਿੱਥੇ ਨੋਵਲ ਦੇ ਵਿੱਚ ਚੇਂਜ ਆਇਆ, ਪੋਇਟਰੀ ਦੇ ਚੇਂਜ ਆਇਆ, ਡਰਾਮਾ ਦੇ ਵਿੱਚ ਵੀ ਚੇਂਜ ਆਇਆ। ਰੀਅਲਿਜ਼ਮ ਬਿਕਮਸ ਅ ਫੋਰਸ ਆਫ ਮਾਡਰਨ ਡਰਾਮਾ। ਜਿੱਥੇ ਪਹਿਲਾਂ ਇਮੇਜੀਨੇਸ਼ਨ ਜੋ ਹੈ ਮੇਨ ਸੀ, ਇਮੇਜੀਨੇਟਿਵ ਆਈਡੀਆਜ਼ ਨੂੰ ਲਿਆ ਜਾਂਦਾ ਸੀ, ਹੁਣ ਇੱਥੇ ਰੀਅਲਿਸਟਿਕ ਆਈਡੀਆ ਨੂੰ, ਮਤਲਬ ਰਿਐਲਿਟੀ ਦੇ ਵਿੱਚ ਕੀ ਹੁੰਦਾ ਹੈ, ਰੀਅਲਿਸਟਿਕ ਆਈਡੀਆ ਨੂੰ ਇੰਪੋਰਟੈਂਟ ਦਿੱਤੀ ਗਈ। ਦ ਇਨਫਲੂਐਂਸ ਆਫ ਇਬਸਨ ਵਾਜ਼ ਫੈਲਟ ਆਫਟਰ 1890। he has taught that drama must deal with real human emotions। ਉਹ ਕਹਿੰਦੇ ਕਿ ਰੀਅਲ ਇਮੋਸ਼ਨਸ ਨਾਲ ਮੀਨਸ ਰਿਐਲਿਟੀ ਸ਼ੋ ਕਰੇ ਡਰਾਮਾ, ਨਾ ਕਿ ਇਮੇਜੀਨੇਸ਼ਨ ਸ਼ੋ ਕਰੇ। ਜੋ ਰੀਅਲ ਦੇ ਵਿੱਚ ਹੁੰਦਾ ਉਹ ਸ਼ੋ ਕਰੇ। GB Shaw and Galsworthy raised it to rare height. It had no scope for imagination. The drama of idea became earlier force in the 20th century। ਡਰਾਮਾ ਆਫ ਆਈਡੀਆਜ਼, ਨਿਊ ਆਈਡੀਆਜ਼ ਨੂੰ ਐਂਡ ਰੀਅਲ ਆਈਡੀਆਜ਼ ਨੂੰ ਪੇਸ਼ ਕੀਤਾ ਗਿਆ ਰਾਦਰ ਦੈਨ ਇਮੇਜੀਨੇਸ਼ਨ। ਕਲਪਨਾ ਨਹੀਂ, ਜੋ ਆਈਡੀਆਜ਼ ਤੁਹਾਡੇ ਦਿਮਾਗ ਦੇ ਵਿੱਚ, ਰਾਈਟਰ ਦੇ ਦਿਮਾਗ ਦੇ ਵਿੱਚ ਆਉਂਦੇ ਹੈ ਉਹੀ ਪ੍ਰੈਜ਼ੈਂਟ ਕੀਤੇ ਗਏ ਰਾਈਟਿੰਗਸ ਦੇ ਵਿੱਚ। ਮੋਡਰਨਿਸਟ ਰਾਈਟਰਸ ਜਾਂ ਮੋਡਰਨ ਰਾਈਟਰਸ gave objects, people, places and events significant place in their writings। modern writers ਨੇ ਇੱਕ ਕਾਲਪਨਿਕ ਸੰਸਾਰ ਨੂੰ ਛੱਡ ਕੇ ਇੱਕ ਰੀਅਲ ਸੰਸਾਰ, ਰੀਅਲ ਚੀਜ਼ਾਂ, ਰੀਅਲ ਜਗ੍ਹਾਵਾਂ, ਰੀਅਲ ਲੋਕ, ਉਹਨਾਂ ਸਭ ਨੂੰ ਇੰਪੋਰਟੈਂਸ ਦਿੱਤੀ ਇਨ ਦੇਅਰ ਰਾਈਟਿੰਗਸ। ਐਬਸਰਡਿਟੀ ਵਾਜ਼ ਅ ਮੇਨ ਟੈਕਨੀਕ ਫੋਲੋਡ ਬਾਈ ਮਾਡਰਨ ਰਾਈਟਰ।
ਐਬਸਰਡ ਹੁੰਦਾ ਬੱਚੇ ਜਿਹਦੇ ਵਿੱਚ ਕੋਈ ਵੀ ਸਟੋਰੀ ਕੋਈ ਵੀ ਨੋਵਲ ਸ਼ੁਰੂ ਹੋ ਜਾਂਦਾ ਹੈ ਮਤਲਬ ਇੱਕਦਮ ਹੀ ਅਚਾਨਕ ਹੀ ਕਿਸੇ ਵੀ ਈਵੈਂਟ ਤੋਂ, ਠੀਕ ਹੈ, ਉਹਦਾ ਕੋਈ ਆਧਾਰ ਨਹੀਂ ਬਣਾਇਆ ਜਾਂਦਾ। ਐਬਸਰਡ ਆਈਡੀਆਜ਼ ਨੂੰ, ਐਬਸਰਡ ਜੋ ਰਾਈਟਿੰਗਸ ਨੂੰ ਇੰਪੋਰਟੈਂਸ ਦਿੱਤੀ ਗਈ। Their writings have absurd ideas. Modern writers rebelled against positivism and naturalism and depicted emotions and ideas rather than objective reality. ਰੋਮੈਂਟਿਸਿਜ਼ਮ ਦੇ ਵਿੱਚ ਕੀ ਸ਼ੋਅ ਕੀਤਾ ਗਿਆ ਸੀ? ਆਬਜੈਕਟਿਵ ਰਿਐਲਿਟੀ। ਤਾਂ ਪਰ ਇਹਨਾਂ ਨੇ ਕਿੱਥੇ ਕੀ ਸ਼ੋਅ ਕੀਤਾ? ਦੇ ਕੀ ਸੀ ਉਹ? ਉਲਟ ਸੀ ਪੋਜ਼ਿਟਿਵਿਜ਼ਮ ਅਤੇ ਨੈਚੁਰਲਿਜ਼ਮ, ਜੋ ਕਿ ਰੋਮੈਂਟਿਸਿਜ਼ਮ ਦੇ ਵਿੱਚ ਸੀ, ਅਤੇ ਕਾਫੀ ਹੱਦ ਤੱਕ ਵਿਕਟੋਰੀਅਨ ਪੀਰੀਅਡ ਨੇ ਵੀ ਸੇਮ ਫੋਲੋ ਕੀਤਾ। ਤਾਂ ਇਹਨਾਂ ਨੇ ਇਹਨਾਂ ਆਈਡੀਆਜ਼ ਨੂੰ ਨਹੀਂ ਅਡੋਪਟ ਕੀਤਾ, ਇਹਨਾਂ ਨੇ ਆਬਜੈਕਟਿਵ ਰਿਐਲਿਟੀ ਨੂੰ ਛੱਡਿਆ, ਅਤੇ ਉਹਨਾਂ ਨੇ ਜੋ ਇਮੋਸ਼ਨਸ ਅਤੇ ਆਈਡੀਆਜ਼ ਜਿਹੜੇ ਹੈਗੇ ਆ ਰਿਐਲਿਟੀ ਨੂੰ, ਰੀਅਲਿਜ਼ਮ ਨੂੰ ਪ੍ਰੈਜ਼ੈਂਟ ਕੀਤਾ। ਸੋ ਅਸੀਂ ਕਹਿ ਸਕਦੇ ਹਾਂ ਜੋ ਮਾਡਰਨ ਲਿਟਰੇਚਰ ਹੈ ਵਾਜ਼ ਫੁੱਲ ਆਫ ਨਿਊ ਟੈਕਨੀਕਸ। ਉਹ ਟੈਕਨੀਕਸ ਦੇ ਕਿਹੜੇ ਕਿਹੜੇ ਨਾਮ ਹੈ ਇਹਦੇ 'ਚੋਂ ਵੀ ਸ਼ੋਰਟ ਨੋਟ ਬਣ ਕੇ ਆ ਸਕਦੇ ਹੈ। ਐਕਸਪੈਰੀਮੈਂਟੇਸ਼ਨ, ਸਿੰਬੋਲਿਜ਼ਮ, ਸਿੰਬਲਸ ਯੂਜ਼ ਕੀਤੇ, ਫਾਰਮਲਿਜ਼ਮ, ਐਬਸਰਡਿਟੀ, ਐਕਸਪ੍ਰੈਸ਼ਨਿਜ਼ਮ, ਸ਼ਰਲਿਜ਼ਮ, ਇਹ ਸਾਰੇ ਕੁਛ ਨਵੇਂ ਆਈਡੀਆਜ਼ ਸੀਗੇ। ਇਹ ਸਾਰੇ ਵਰਡ ਸੁਣ ਲਓ। ਐਕਸਪੈਰੀਮੈਂਟੇਸ਼ਨ, ਸਿੰਬੋਲਿਜ਼ਮ, ਫਾਰਮਲਿਜ਼ਮ, ਐਬਸਰਡਿਟੀ, expressionism and surrealism, these were the few ideas used in their writings। बहुत अच्छा कंक्लूजन बन गया। तुसी ये लिखोगे स्टार्टिंग वाले पैरे या एंड वाले पैरे बहुत अच्छा इंप्रैशन जाएगा। तो इस तरीके तुसी जो ये फीचर्स है मॉडर्न पीरियड दे ईजी वर्डिंग दे विच कर सकते हो। इस तो पहला रोमांटिक पीरियड के फीचर्स करवा चुकी हाँ, विक्टोरियन दे करवा चुकी हैं। तो ऑप्शन आती है पेपर दे विच नॉवलिस्ट या राइटर्स बारे लिखना है या फीचर्स बारे लिखना है। तो तिन्हों के फीचर्स चंगी तरह कर लो, काफ़ी आंसर थोड़ा कवर हो जाएगा। थैंक यू, गॉड ब्लेस यू।